ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗ ਦੀ। ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਦੋ ਸਕੇ ਭਰਾਵਾਂ ਜਸ਼ਨਬੀਰ ਸਿੰਘ ਢਿੱਲੋਂ ਤੇ ਮਾਨਵਜੀਤ ਸਿੰਘ ਢਿੱਲੋਂ ਵੱਲੋਂ ਬਿਆਸ ਦਰਿਆ ਦੇ ਵਿੱਚ ਕੁੱਦ ਕੇ ਕੀਤੀ ਗਈ ਖੁਦਕੁਸ਼ੀ ਦੇ ਉਸ ਮਾਮਲੇ ਦੀ, ਜੋ ਕਿ ਅੱਜ ਤੋਂ ਤਕਰੀਬਨ 1 ਮਹੀਨੇ ਪਹਿਲਾਂ ਦਾ ਹੈ। ਇਸ ਮੁੱਦੇ ਉੱਤੇ ਵੀਡੀਓ ਰਿਪੋਰਟ ਬਣਾਉਣ ਲਈ ਮੇਰੇ ਬਹੁਤ ਸੇ ਸਬਸਕ੍ਰਾਈਬਰ ਨੇ ਕਿਹਾ ਤੇ ਇਸ ਵੀਡੀਓ ਨੂੰ ਮੈਂ ਥੋੜੀ ਜੀ ਦੇਰੀ ਦੇ ਨਾਲ ਟੇਕ ਅਪ ਕਰਦਾ ਪਿਆ ਹਾਂ, ਲੇਕਿਨ ਕੁਝ ਵੱਖਰੇ ਪਹਿਲੂ ਹੈਗੇ ਨੇ, ਐਸਪੈਕਟ ਹੈਗੇ ਨੇ ਇਸ ਘਟਨਾ ਦੇ ਨਾਲ ਜੁੜੇ ਹੋਏ, ਜੋ ਕਿ ਅੱਜ ਮੈਂ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਚਰਚਾ ਦੇ ਵਿੱਚ ਲੈ ਕੇ ਆਵਾਂਗਾ। ਸੋ ਘਟਨਾ ਕੀ ਸੀ? ਘਟਨਾ ਸਭ ਨੂੰ ਜ਼ਿਆਦਾਤਰ ਪਤਾ ਹੀ ਹੈ, ਲੇਕਿਨ ਇੱਕ ਛੋਟਾ ਜਿਹਾ ਰੀਕਾਲ ਇੱਕ ਅੱਧੇ ਮਿੰਟ 'ਚ ਕਰ ਦਈਏ ਕਿ ਜਸ਼ਨਬੀਰ ਸਿੰਘ ਢਿੱਲੋਂ ਵੱਲੋਂ ਦਰਿਆ ਦੇ ਵਿੱਚ ਕੁੱਦ ਕੇ ਛਾਲ ਮਾਰਤੀ ਜਾਂਦੀ ਹੈ ਗੋਇੰਦਵਾਲ ਸਾਹਿਬ ਦੇ ਪੁਲ ਤੋਂ। ਉਸ ਵਕਤ ਆਪਣੇ ਭਰਾ ਮਾਨਵਜੀਤ ਸਿੰਘ ਨੂੰ ਮਿਲਣ ਆਇਆ ਹੁੰਦਾ ਹੈ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਮਾਨਵਜੀਤ ਸਿੰਘ ਢਿੱਲੋਂ, ਜੋ ਕਿ ਆਪਣੇ ਇੱਕ ਹੋਰ ਸਾਥੀ ਮਾਨਵਦੀਪ ਉੱਪਲ ਦੀ ਭੈਣ ਦੇ ਇੱਕ ਡੋਮੈਸਟਿਕ ਵਾਇਲੈਂਸ ਘਰੇਲੂ ਹਿੰਸਾ ਦੇ ਮਾਮਲੇ ਦੇ ਵਿੱਚ ਪੈਰਵੀ ਕਰਨ ਲਈ ਜਲੰਧਰ ਦੇ ਡਿਵੀਜ਼ਨ ਨੰਬਰ 1 ਦੇ ਥਾਣੇ ਦੇ ਵਿੱਚ ਗਿਆ ਹੁੰਦਾ ਹੈ। ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਉਸ ਦੀ ਪੱਗ ਉਤਰਵਾਈ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਉੱਥੇ ਕੁੱਟਮਾਰ ਵੀ ਹੋਈ, ਇਲਜ਼ਾਮ ਦੂਸਰੇ ਪਾਸੇ ਵੀ ਲੱਗੇ ਜਿਸ ਦਾ ਮੈਂ ਜ਼ਿਕਰ ਕਰਾਂਗਾ। ਲੇਕਿਨ ਮੋਟਾ ਮੁੱਦਾ ਇਹ ਸੀ ਕਿ ਮਾਨਵਜੀਤ ਸਿੰਘ ਢਿੱਲੋਂ ਦੇ ਨਾਲ ਕਾਫੀ ਜ਼ਿਆਦਾ ਬਦਸਲੂਕੀ ਕੀਤੀ ਗਈ ਤੇ ਇਸ ਚੀਜ਼ ਦਾ ਪਤਾ ਉਸਦੇ ਭਰਾ ਜਸ਼ਨਬੀਰ ਢਿੱਲੋਂ ਨੂੰ ਲੱਗਿਆ। ਜਸ਼ਨਬੀਰ ਢਿੱਲੋਂ, ਜੋ ਕਿ ਥਾਣੇ ਵਿੱਚ 1-2 ਵਾਰ ਰੋਟੀ ਲੈ ਕੇ ਗਿਆ, ਲੇਕਿਨ ਉਸ ਦੇ ਨਾਲ ਵੀ ਬਦਸਲੂਕੀ ਅਫਸਰਾਂ ਨੇ ਕੀਤੀ। ਜਿਹੜੀ ਜ਼ਿਲਤ ਤੇ ਜਿਹੜੀ ਬੇਇੱਜ਼ਤੀ ਦਾ ਸਾਹਮਣਾ ਇਹ ਦੋਵੇਂ ਭਰਾ ਕਰਦੇ ਪਏ ਸੀ, ਉਸ ਨੂੰ ਜਸ਼ਨਦੀਪ ਸਿੰਘ ਢਿੱਲੋਂ ਜਰ ਨਹੀਂ ਸਕਿਆ ਤੇ ਉਸਨੇ 17 ਅਗਸਤ ਨੂੰ ਉਸ ਦਰਿਆ ਦੇ ਉੱਤੇ ਆਪਣੇ ਭਰਾ ਨੂੰ ਬੁਲਾਇਆ। ਮਾਨਵਜੀਤ ਢਿੱਲੋਂ, ਜੋ ਕਿ ਉਸ ਵਕਤ ਤੱਕ ਬੇਲ ਉੱਤੇ ਬਾਹਰ ਆ ਚੁੱਕਾ ਸੀ, ਉਸ ਦੇ ਨਾਲ ਗਲੇ ਮਿਲਿਆ ਤੇ ਉਸ ਤੋਂ ਕੁਝ ਹੀ ਮਿੰਟਾਂ ਬਾਅਦ ਉਸਨੇ ਪੁਲ ਤੋਂ, ਯਾਨੀ ਕਿ ਗੋਇੰਦਵਾਲ ਦੇ ਪੁਲ ਤੋਂ ਬਿਆਸ ਦਰਿਆ, ਜਿਸ ਦੇ ਵਿੱਚ ਪਹਿਲਾਂ ਹੀ ਬਾੜ ਦੇ ਕਾਰਨ ਜਾਂ ਕਹਿ ਲਈਏ ਕਿ ਜ਼ਿਆਦਾ ਬਰਸਾਤਾਂ ਦੇ ਕਾਰਨ ਪਾਣੀ ਜ਼ਿਆਦਾ ਇਸ ਵਕਤ ਫਲੋ ਕਰਦਾ ਪਿਆ ਹੈ, ਉਸ ਵਿੱਚ ਕੁੱਦ ਕੇ ਉਸਨੇ ਖੁਦਕੁਸ਼ੀ ਕਰ ਲਈ। ਦਰਿਆ ਦੇ ਵਿੱਚ ਕੁੱਦ ਚੁੱਕੇ ਆਪਣੇ ਭਰਾ ਨੂੰ ਪੋਸੀਬਲੀ ਬਚਾਉਣ ਲਈ ਹੀ ਮਾਨਵਜੀਤ ਢਿੱਲੋਂ ਨੇ ਵੀ ਉਸੇ ਦਰਿਆ ਦੇ ਵਿੱਚ ਛਾਲ ਮਾਰੀ। ਇਸ ਪੂਰੀ ਦੀ ਪੂਰੀ ਘਟਨਾ ਨੂੰ ਉਸਦੇ ਸਾਥੀ, ਉਸਦੇ ਦੋਸਤ ਮਾਨਵਦੀਪ ਉੱਪਲ ਨੇ ਆਪਣੀ ਅੱਖਾਂ ਦੇ ਨਾਲ ਦੇਖਿਆ, ਕਿਉਂਕਿ ਉਹ ਵੀ ਇਸ ਵਕਤ ਪੁਲ ਦੇ ਉੱਤੇ ਜਸ਼ਨਬੀਰ ਤੇ ਸੱਦੇ ਉੱਤੇ ਮਾਨਵਜੀਤ ਦੇ ਨਾਲ ਉਸ ਨੂੰ ਮਿਲਣ ਆਇਆ ਸੀ। ਸੋ ਪੂਰੀ ਦੀ ਪੂਰੀ ਘਟਨਾ ਜਦੋਂ ਪ੍ਰਕਾਸ਼ਿਤ ਹੋਈ, ਜਦੋਂ ਖਬਰਾਂ ਦੇ ਵਿੱਚ ਆਈ, ਇਸ ਤਰੀਕੇ ਦੀ ਖਬਰ ਹੈ ਕਿ ਦੋਵੇਂ ਭਰਾਵਾਂ ਨੇ ਖੁਦਕੁਸ਼ੀ ਕਰ ਲਈ ਹੈ, ਆਤਮ ਹੱਤਿਆ ਕਰ ਲਈ ਹੈ ਦਰਿਆ ਦੇ ਵਿੱਚ ਛਾਲ ਮਾਰ ਕੇ। ਲੇਕਿਨ ਅਸਲੀਅਤ ਇਹ ਹੋ ਸਕਦੀ ਹੈ, ਪੋਸੀਬਿਲਿਟੀ ਇਸ ਚੀਜ਼ ਦੀ ਸੀ ਕਿ ਜਸ਼ਨਬੀਰ ਇਸ ਜ਼ਿਲਤ, ਇਸ ਫਜ਼ੀਹਤ ਤੋਂ ਪਰੇਸ਼ਾਨ ਸੀ, ਉਸਨੇ ਫਰਸਟ੍ਰੇਸ਼ਨ ਦੇ ਵਿੱਚ ਖੁਦਕੁਸ਼ੀ ਕੀਤੀ, ਲੇਕਿਨ ਮਾਨਵਜੀਤ ਨੇ ਉਸ ਨੂੰ ਬਚਾਉਣ ਦੀ ਇੱਕ ਅਸਫਲ ਕੋਸ਼ਿਸ਼ ਕੀਤੀ ਸੀ ਤੇ ਉਹ ਵੀ ਖੁਦ ਇਸ ਦਰਿਆ ਦੇ ਵਿੱਚ ਹੀ ਰੁੜ ਗਿਆ। ਦਰਿਆ ਵਿੱਚ ਕੁੱਦ ਕੇ ਇੱਕ ਭਰਾ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਤੇ ਦੂਸਰਾ ਭਰਾ ਆਪਣੇ ਭਰਾ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਮਾਰਿਆ ਜਾ ਚੁੱਕਿਆ ਸੀ। ਪਰਿਵਾਰ ਕਈ ਹਫ਼ਤੇ ਤੱਕ ਇਸ ਮਾਮਲੇ ਦੇ ਵਿੱਚ ਸਥਾਨਕ ਪੁਲਿਸ ਡਿਵੀਜ਼ਨ ਨੰਬਰ 1 ਥਾਣੇ ਦੇ ਮੁਲਾਜ਼ਮਾਂ ਤੇ ਖਾਸ ਕਰਕੇ ਐਸਐਚਓ ਨਵਦੀਪ ਸਿੰਘ ਉੱਤੇ ਵਧੀਕੀ ਦੇ ਇਲਜ਼ਾਮ ਲਾਉਂਦਾ ਰਿਹਾ, ਲੇਕਿਨ ਪੰਜਾਬ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ। ਉਸ ਵਕਤ ਜਦੋਂ ਕਿ ਸਤੰਬਰ ਦਾ ਪਹਿਲਾ ਹਫ਼ਤਾ ਜਸ਼ਨਬੀਰ ਢਿੱਲੋਂ ਦੀ ਲਾਸ਼ ਬਰਾਮਦ ਕਰ ਲਈ ਜਾਂਦੀ ਹੈ, ਉਸ ਵਕਤ ਪੰਜਾਬ ਪੁਲਿਸ ਹਰਕਤ ਦੇ ਵਿੱਚ ਆਈ ਤੇ ਬਰਖਾਸਤ ਕੀਤਾ ਗਿਆ ਐਸਐਚਓ ਨਵਦੀਪ ਸਿੰਘ, ਜੋ ਕਿ ਇਸ ਪੂਰੇ ਦੇ ਪੂਰੇ ਮਾਮਲੇ ਦਾ ਮੁੱਖ ਮੁਲਜ਼ਮ ਹੁਣ ਮੰਨਿਆ ਜਾ ਰਿਹਾ ਹੈ, ਅਕਿਊਜ਼ਡ ਮੰਨਿਆ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੀ ਥਿਉਰੀ ਤੇ ਕਹਾਣੀ ਬਣਾਈ ਗਈ ਉਹ ਬਿਲਕੁਲ ਹੀ ਵੱਖਰੀ ਸੀ। ਪੁਲਿਸ ਦੇ ਮੁਤਾਬਕ ਇੱਕ ਮਹਿਲਾ ਮੁਲਾਜ਼ਮ ਕਾਂਸਟੇਬਲ ਬਲਜੀਤ ਕੌਰ ਦੇ ਨਾਲ ਬਦਸਲੂਕੀ ਕੀਤੀ ਮਾਨਵਜੀਤ ਢਿੱਲੋਂ ਨੇ। ਇਸ ਡੋਮੈਸਟਿਕ ਵਾਇਲੈਂਸ ਦੇ ਕੇਸ ਦੇ ਵਿੱਚ ਦੱਸਿਆ ਜਾਂਦਾ ਕਿ 14 ਅਗਸਤ ਨੂੰ ਵੀ ਕਾਫੀ ਗਰਮਾ-ਗਰਮੀ ਹੋਈ ਸੀ। ਪੁਲਿਸ ਦਾ ਇਹ ਦਾਅਵਾ ਸੀ ਕਿ ਮਾਨਵਜੀਤ ਢਿੱਲੋਂ ਨੇ ਇਸ ਮਹਿਲਾ ਨੂੰ ਇੱਥੋਂ ਤੱਕ ਕਿਹਾ ਕਿ ਤੁਹਾਡੀਆਂ ਵਰਦੀਆਂ ਉਤਰਵਾ ਦਾਂਗੇ। ਜਦੋਂ ਮਹਿਲਾ ਦੇ ਨਾਲ ਇਸ ਬਦਸਲੂਕੀ ਦੀ ਗੱਲ ਐਸਐਚਓ ਨਵਦੀਪ ਸਿੰਘ ਨੇ ਸੁਣੀ, ਉਸ ਤੋਂ ਬਾਅਦ ਉਹ ਵੀ ਗਰਮੀ ਦੇ ਵਿੱਚ ਆਇਆ ਤੇ ਦੱਸਿਆ ਜਾਂਦਾ ਕਿ ਉਸ ਤੋਂ ਬਾਅਦ ਜਿਹੜਾ ਪਰਚਾ ਸੀ ਉਹ ਮਾਨਵਜੀਤ ਢਿੱਲੋਂ ਦੇ ਖਿਲਾਫ ਦਿੱਤਾ ਗਿਆ, ਉਸ ਨੂੰ ਲੌਕਅਪ ਦੇ ਵਿੱਚ ਬੰਦ ਕੀਤਾ ਗਿਆ। ਲੇਕਿਨ ਇਹੀ ਉਹ ਸਮਾਂ ਸੀ ਜਦੋਂ ਕਿ ਮਾਨਵਜੀਤ ਦੇ ਨਾਲ ਕੁੱਟਮਾਰ ਵੀ ਹੋਈ, ਉਸ ਦੀ ਪੱਗ ਲੁਹਾ ਕੇ ਰੱਖੀ ਵੀ ਗਈ, ਉਸ ਨੂੰ ਜਲੀਲ ਕੀਤਾ ਗਿਆ। ਹੁਣ ਮਾਨਵਜੀਤ ਢਿੱਲੋਂ ਦਾ ਆਪਣਾ ਮਾਮਲਾ ਨਹੀਂ ਸੀ, ਬਲਕਿ ਉਹ ਆਪਣੇ ਦੋਸਤ ਦੀ ਭੈਣ ਦੇ ਡੋਮੈਸਟਿਕ ਵਾਇਲੈਂਸ ਦੇ ਕੇਸ ਦੇ ਵਿੱਚ ਪੈਰਵੀ ਕਰਨ ਲਈ ਥਾਣੇ ਗਿਆ ਸੀ, ਲੇਕਿਨ ਪੁਲਿਸ ਨੇ ਉਲਟਾ ਉਸ ਉੱਤੇ ਇਲਜ਼ਾਮ ਲਾ ਕੇ ਉਸ ਨੂੰ ਲੌਕਅਪ ਦੇ ਵਿੱਚ ਬੰਦ ਕਰਤਾ ਤੇ ਇਸ ਬਦਸਲੂਕੀ, ਫਜ਼ੀਹਤ ਕਹਿ ਲਈਏ, ਬੇਇੱਜ਼ਤੀ ਕਹਿ ਲਈਏ, ਇਸ ਨੂੰ ਉਸਦਾ ਭਰਾ ਜਰ ਨਹੀਂ ਸਕਿਆ, ਜੋ ਕਿ ਸ਼ਾਇਦ ਨਾਜ਼ੁਕ ਸੀ, ਸੈਂਸਿਟਿਵ ਸੀ। ਉਸਨੇ ਦਰਿਆ ਦੇ ਵਿੱਚ ਕੁੱਦ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲੇਕਿਨ ਸਭ ਤੋਂ ਜਿਹੜਾ ਵੱਡਾ ਪੱਖ ਇਸ ਪੂਰੇ ਦੇ ਪੂਰੇ ਮਾਮਲੇ ਦਾ ਹੈ ਉਹ ਹੈ ਡਿਵੀਜ਼ਨ ਨੰਬਰ 1 ਦੇ ਥਾਣੇ ਦੇ ਉਹ ਸੀਸੀਟੀਵੀ ਕੈਮਰੇ, ਜੋ ਕਿ ਬਾਅਦ ਦੇ ਵਿੱਚ ਚੱਲਦੀ ਹੋਈ ਸਥਿਤੀ ਅਵਸਥਾ ਦੇ ਵਿੱਚ ਨਹੀਂ ਪਾਏ ਗਏ। ਹੁਣ ਇੱਕ ਬਹੁਤ ਵੱਡਾ ਲੈਕੂਨਾ ਹੈ, ਗੈਪ ਹੈ, ਕਿਉਂਕਿ ਦੱਸ ਦਈਏ ਕਿ ਜਸ਼ਨਬੀਰ ਢਿੱਲੋਂ ਦੀ ਲਾਸ਼ ਜਦੋਂ ਇਸ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਮਿਲ ਜਾਂਦੀ ਹੈ, ਉਸ ਤੋਂ ਬਾਅਦ ਐਸਐਚਓ ਨਵਦੀਪ ਸਿੰਘ ਭਗੌੜਾ ਹੋ ਜਾਂਦਾ ਹੈ, ਕਿਉਂਕਿ ਉਸ ਨੂੰ ਬਰਖਾਸਤ ਕਰਤਾ ਗਿਆ ਤੇ ਉਸ ਦੀ ਗ੍ਰਿਫਤਾਰੀ ਆਈਪੀਸੀ ਦਾ ਸੈਕਸ਼ਨ 306 ਅਬੈਟਮੈਂਟ ਟੂ ਸੁਸਾਈਡ ਦਾ ਕੇਸ ਦਰਜ ਹੋ ਚੁੱਕਾ ਸੀ। ਆਈਪੀਸੀ ਦੀ ਧਾਰਾ 306 ਅਬੈਟਮੈਂਟ ਟੂ ਸੁਸਾਈਡ ਦੇ ਤਹਿਤ ਬੇਲ ਮਿਲਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਬਰਖਾਸਤਗੀ ਦਾ ਸਾਹਮਣਾ ਵੀ ਐਸਐਚਓ ਕਰਦਾ ਪਿਆ ਸੀ। ਨਵਦੀਪ ਸਿੰਘ, ਜੋ ਕਿ ਸਥਾਨਕ ਸਿਆਸਤਦਾਨਾਂ ਰਮਨ ਅਰੋੜਾ ਤੇ ਆਮ ਆਦਮੀ ਪਾਰਟੀ ਦੇ ਕੁਝ ਉੱਥੋਂ ਦੇ ਸਥਾਨਕ ਵਿਧਾਇਕਾਂ ਤੇ ਪ੍ਰਭਾਵਸ਼ਾਲੀ ਲੋਕਾਂ ਦਾ ਚਹੇਤਾ ਬਲੂ ਆਈਡ ਅਫਸਰ ਮੰਨਿਆ ਜਾਂਦਾ ਹੈ,
ਉਹ ਅੱਜ ਤੱਕ ਭਗੌੜਾ ਚੱਲਦਾ ਪਿਆ ਤੇ ਉਸ ਨੂੰ ਫੜਨ ਲਈ ਪੰਜਾਬ ਸਰਕਾਰ ਤੇ ਪੁਲਿਸ ਨੇ ਕਿੰਨੀ ਕੁ ਸ਼ਿੱਦਤ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ। ਸੋ ਇਸ ਤਰੀਕੇ ਦੇ ਪਹਿਲਾਂ ਵੀ ਪੁਲਿਸ ਅਫਸਰਾਂ ਜਿਨ੍ਹਾਂ ਦੇ ਖਿਲਾਫ ਗੰਭੀਰ ਡਰੱਗ ਸਮਗਲਿੰਗ ਤੇ ਹੋਰ ਕਈ ਕਿਸਮ ਦੇ ਕੇਸ ਮੁਕੱਦਮੇ ਦਰਜ ਨੇ, ਮੇਰੇ ਇਸ ਚੈਨਲ ਦੇ ਉੱਤੇ ਰਿਪੋਰਟਾਂ ਆਪਾਂ ਕਈ ਦੇਖੀਆਂ ਨੇ। ਪੁਲਿਸ ਆਪਣੇ ਪੁਲਿਸ ਅਫਸਰਾਂ ਨੂੰ ਫੜਨ ਲਈ ਓਡੀ ਸ਼ਿੱਦਤ ਤੇ ਉਨੀ ਮਿਹਨਤ ਨਹੀਂ ਕਰਦੀ ਜਿੰਨੀ ਕਿ ਸ਼ਾਇਦ ਆਮ ਲੋਕਾਂ ਨੂੰ ਫੜਨ ਜਾਂ ਫਿਰ ਮਾਨਵਜੀਤ ਢਿੱਲੋਂ ਵਰਗਿਆਂ ਨੂੰ ਲੌਕਅਪ ਦੇ ਵਿੱਚ ਪਾਉਣ ਲਈ ਕਰਦੀ ਹੈ। ਸੋ ਪੁਲਿਸ ਵੱਲੋਂ ਇੱਕ ਅਲੱਗ ਕਿਸਮ ਦੇ ਕਾਊਂਟਰ ਐਲੀਗੇਸ਼ਨ ਲਿਆਂਦੇ ਗਏ, ਲੇਕਿਨ ਸਭ ਤੋਂ ਵੱਡਾ ਕ੍ਰਿਟੀਕਲ ਪੱਖ ਜੋ ਕਿ ਅੱਜ ਦੀ ਇਸ ਰਿਪੋਰਟ ਦਾ ਸਾਡਾ ਮੇਨ ਸੈਂਟਰਲ ਪੁਆਇੰਟ ਹੈ ਉਹ ਹੈ ਉਹ CCTV ਕੈਮਰੇ। ਹੁਣ ਇੱਥੇ ਦੱਸ ਦਈਏ ਕਿ ਅੱਜ ਤੋਂ ਤਕਰੀਬਨ 1.25 ਸਾਲ ਪਹਿਲਾਂ ਮੈਂ ਇੱਕ ਰਿਪੋਰਟ ਬਣਾਈ ਸੀ ਜਿਸ ਵਿੱਚ ਜ਼ਿਕਰ ਹੋਇਆ ਸੀ ਅੰਮ੍ਰਿਤਸਰ ਦੀ ਅਦਾਲਤ ਕੰਪਲੈਕਸ ਦੇ ਬਾਹਰ ਹੋਈ ਇੱਕ ਗੋਲੀਬਾਰੀ ਜਿਸ ਵਿੱਚ ਕਿ ਗੈਂਗਸਟਰ ਰਾਜੂ ਚਿਕਨਾ ਨੂੰ ਗੋਲੀ ਮਾਰਤੀ ਗਈ ਸੀ। ਇਸ ਕੇਸ ਦੇ ਵਿੱਚ ਸੋਨੂ ਲਿਖਾਰੀ ਨਾਂ ਦਾ ਇੱਕ ਹੋਰ ਗੈਂਗਸਟਰ ਜੋ ਕਿ ਬਾਅਦ ਦੇ ਵਿੱਚ ਜਿਹਨੂੰ ਸਜ਼ਾਵਾਂ ਮਿਲੀਆਂ, ਅੰਮ੍ਰਿਤਸਰ ਦੇ ਅਦਾਲਤ ਦੇ ਬਾਹਰ ਹੋਏ ਇਸ ਸ਼ੂਟ ਆਊਟ ਤੇ ਉਸ ਤੋਂ ਬਾਅਦ ਦਾ ਜਿਹੜਾ ਘਟਨਾ ਚੱਕਰ ਸੀ ਉਸ ਉੱਤੇ ਇਸ ਚੈਨਲ ਦੇ ਉੱਤੇ ਰਿਪੋਰਟ ਬਣੀ ਸੀ ਤੇ ਮਕਸਦ ਉਸ ਰਿਪੋਰਟ ਨੂੰ ਦਿਖਾਉਣ ਦਾ ਇਹੀ ਸੀ ਕਿ ਵਿਟਨੈਸ ਪ੍ਰੋਟੈਕਸ਼ਨ ਦੇ ਪੁਆਇੰਟ ਆਫ ਵਿਊ ਨਾਲ ਉਸ ਵਕਤ ਜਦੋਂ ਕਿ ਇਸ ਪੂਰੇ ਦੇ ਪੂਰੇ ਸ਼ੂਟ ਆਊਟ ਦੇ ਵਿੱਚ ਈਵਨ ਪੁਲਿਸ ਮੁਲਾਜ਼ਮ ਜਾਂ ਫਿਰ ਜੇਲ੍ਹ ਤੋਂ ਇਹਨਾਂ ਮੁਲਜ਼ਮਾਂ ਨੂੰ ਅਦਾਲਤ ਪਰਿਸਰ ਦੇ ਵਿੱਚ ਲਿਆਉਣ ਵਾਲੇ ਜਿਹੜੀ ਗਾਰਦ ਸੀ ਪੁਲਿਸ ਦੇ ਮੁਲਾਜ਼ਮ ਸਨ ਉਹ ਵੀ ਆਪਣੀਆਂ ਗਵਾਹੀਆਂ ਤੋਂ ਮੁੱਕਰ ਜਾਂਦੇ ਨੇ, ਮੁੱਕਰ ਗਏ ਸਨ ਉਸ ਕੇਸ ਦੇ ਵਿੱਚ। ਇਸ ਦੇ ਬਾਵਜੂਦ ਲਿਖਾਰੀ ਦੀ ਜਿਹੜੀ ਸਜ਼ਾ ਸੀ ਉਸ ਨੂੰ ਹਾਈ ਕੋਰਟ ਨੇ ਨਾ ਸਿਰਫ ਬਰਕਰਾਰ ਰੱਖਿਆ ਬਲਕਿ ਇਸ ਫੈਸਲੇ ਦੇ ਵਿੱਚ ਇੱਕ ਹੋਰ ਅਹਿਮ ਫੈਸਲਾ ਸੁਣਾਇਆ ਕਿ ਪੰਜਾਬ ਦੇ ਸਾਰੇ ਥਾਣਿਆਂ ਦੇ ਵਿੱਚ ਤੇ ਅਦਾਲਤੀ ਕੰਪਲੈਕਸਿਸ ਦੇ ਬਾਹਰ CCTV ਕੈਮਰੇ ਲਾਏ ਜਾਣ ਤਾਂ ਕਿ ਅਜਿਹੀਆਂ ਘਟਨਾਵਾਂ ਜਿੱਥੇ ਕਿ ਸ਼ਰੇਆਮ ਗੋਲੀਆਂ ਚੱਲ ਰਹੀਆਂ ਹੋਣ, ਸ਼ਰੇਆਮ ਗੈਂਗਸਟਰ ਲੋਕਾਂ ਨੂੰ ਮਾਰ ਰਹੇ ਹੋਣ, ਪੁਲਿਸ ਦੇ ਮੁਲਾਜ਼ਮ ਗਵਾਹ ਹੋਣ, ਲੇਕਿਨ ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚ ਜਿਹੜਾ ਟ੍ਰਾਇਲ ਚੱਲਦਾ ਹੈ ਉਸ ਵਕਤ ਅਜਿਹਾ ਦਬਾਅ ਇਹਨਾਂ ਮੁਲਾਜ਼ਮਾਂ ਉੱਤੇ ਬਣਾਤਾ ਜਾਏ ਕਿ ਇਹ ਵੀ ਆਪਣੀ ਗਵਾਹੀਆਂ ਤੋਂ ਮੁੱਕਰ ਜਾਣ, ਜਿਵੇਂ ਕਿ ਰਾਜੂ ਚਿਕਨਾ ਦੇ ਇਸ ਮਰਡਰ ਕੇਸ ਦੇ ਵਿੱਚ ਹੋਇਆ। ਸੋ ਹਾਈ ਕੋਰਟ ਦੀ ਇੱਕ ਲੈਂਡਮਾਰਕ ਜੱਜਮੈਂਟ ਇਸ ਕੇਸ ਦੇ ਵਿੱਚ ਸੁਣਾਈ ਗਈ ਸੀ ਤੇ ਆਪਣੀ ਉਹ ਰਿਪੋਰਟ ਅਜੇ ਵੀ ਇਸ ਚੈਨਲ ਤੇ ਪਈ ਹੈ। ਇਸ ਜੱਜਮੈਂਟ ਤੋਂ ਬਾਅਦ ਸੁਪਰੀਮ ਕੋਰਟ ਨੇ ਦਸੰਬਰ 2021 ਦੇ ਵਿੱਚ ਇੱਕ ਹੋਰ ਬਹੁਤ ਹੀ ਅਹਿਮ ਜੱਜਮੈਂਟ ਸੁਣਾਈ ਜਿਸ ਤੋਂ ਬਾਅਦ ਕਿ ਸਾਰੇ ਦੇਸ਼ ਦੇ ਥਾਣਿਆਂ ਦੇ ਵਿੱਚ ਸਾਰੇ ਲੌਕਅਪਸ ਦੇ ਆਲੇ ਦੁਆਲੇ ਦੇ ਅਜਿਹੇ ਏਰੀਆਜ਼ ਜਿੱਥੇ ਕਿ ਅੰਡਰ ਟ੍ਰਾਇਲਸ ਨੂੰ, ਕ੍ਰਿਮੀਨਲਸ ਨੂੰ ਜਾਂ ਕਹਿ ਲਈਏ ਕਿ ਅਕਿਊਜ਼ ਨੂੰ ਰੱਖਿਆ ਜਾਂਦਾ ਹੈ, ਉਹਨਾਂ ਥਾਵਾਂ ਦੀ ਨਿਗਰਾਨੀ ਲਈ CCTV ਕੈਮਰੇ ਲਾਣੇ ਮੈਂਡੇਟਰੀ ਯਾਨੀ ਕਿ ਜ਼ਰੂਰੀ ਕਰਤੇ ਗਏ। ਲੇਕਿਨ ਇਸ ਚੀਜ਼ ਦੇ ਬਾਵਜੂਦ ਡਿਵੀਜ਼ਨ ਨੰਬਰ 1 ਦਾ ਜਿਹੜਾ ਜਲੰਧਰ ਦਾ ਥਾਣਾ ਸੀ ਇਸ ਵਿੱਚ CCTV ਕੈਮਰੇ ਲੱਗੇ ਹੋਏ ਸਨ। ਲੇਕਿਨ 17 ਅਗਸਤ ਜਾਂ ਉਸ ਤੋਂ ਪਹਿਲਾਂ 14 ਅਗਸਤ ਦਾ ਜਿਹੜਾ ਘਟਨਾਕ੍ਰਮ ਇਹਨਾਂ ਦੋਵਾਂ ਤਰੀਕਾਂ ਦੇ ਵਿੱਚ ਜੋ ਕੁਝ ਵੀ ਹੋਇਆ, ਥਾਣੇ ਦੇ ਵਿੱਚ ਹੋਇਆ, ਲੌਕਅਪ ਦੇ ਵਿੱਚ ਹੋਇਆ, ਉਹਨਾਂ ਥਾਵਾਂ ਤੇ ਹੋਇਆ ਉਹ ਮਾਰਕੁੱਟ, ਪੱਗ ਉਤਰਵਾਉਣ ਦੀ ਜਿਹੜੀ ਪੂਰੀ ਦੀ ਪੂਰੀ ਘਟਨਾ ਜਾਂ ਵਾਰਦਾਤ ਇਸ ਨੂੰ ਕਹਿ ਸਕਦੇ ਹਾਂ ਜਿਹੜੀ ਕਿ ਉਹਨਾਂ CCTV ਕੈਮਰਾਜ਼ ਦੇ ਵਿੱਚ ਕੈਦ ਹੋਣੀ ਚਾਹੀਦੀ ਸੀ, ਉਹ CCTV ਕੈਮਰਾ ਦੇ ਵਿੱਚ ਰਿਕਾਰਡ ਹੀ ਨਹੀਂ ਹੋ ਪਾਈ। ਕਿਉਂਕਿ ਇਹ ਦੱਸਿਆ ਜਾਂਦਾ ਹੈ ਕਿ ਇਸ ਤੋਂ ਕੁਝ ਹਫ਼ਤੇ ਪਹਿਲਾਂ ਹੀ ਇਸੇ SHO ਨਵਦੀਪ ਨੇ ਬਾਰ-ਬਾਰ ਇਹ ਚੀਜ਼ਾਂ ਆਪਣੇ ਜ਼ਿਮਨੀਆਂ ਦੇ ਵਿੱਚ ਕਹਿ ਲਈਏ ਆਪਣੀ ਰਜਿਸਟਰ ਦੀ ਕਾਰਵਾਈ ਦੇ ਵਿੱਚ ਦਰਜ ਕਰਾਈ ਸੀ। ਹੱਥਾਂ ਦੇ ਨਾਲ ਸ਼ਾਇਦ ਉਸਨੇ ਲਿਖਿਆ ਸੀ ਕਿ ਇਹਨਾਂ ਕੈਮਰਿਆਂ ਨੂੰ ਦਰੁਸਤ ਕਰਾਇਆ ਜਾਏ, ਇਹ ਕੈਮਰੇ ਵਰਕਿੰਗ ਕੰਡੀਸ਼ਨ ਦੇ ਵਿੱਚ ਨਹੀਂ ਹੈਗੇ ਨੇ। ਹੁਣ ਇੱਕ ਬਹੁਤ ਵੱਡਾ ਲੈਪ ਸੀ ਹਾਈ ਕੋਰਟ ਦੀਆਂ, ਮਾਨਯੋਗ ਸੁਪਰੀਮ ਕੋਰਟ ਦੀਆਂ, ਦੇਸ਼ ਦੀ ਸਰਵੋੱਚ ਅਦਾਲਤ ਦੀਆਂ ਅਜਿਹੀਆਂ ਗਾਈਡਲਾਈਨਸ ਐਗਜ਼ਿਸਟ ਕਰਦੀਆਂ ਨੇ, ਗਾਈਡਲਾਈਨਸ ਨਹੀਂ ਬਲਕਿ ਨਿਰਦੇਸ਼ ਹੈਗੇ ਨੇ ਤੇ ਇਸ ਲਈ ਜ਼ਿਲ੍ਹੇ ਦਾ ਪ੍ਰਸ਼ਾਸਨ, ਪੁਲਿਸ ਦੇ ਜਿਹੜੇ ਸੀਨੀਅਰ ਕਪਤਾਨ, ਸੀਨੀਅਰ ਸੁਪਰਿੰਟੈਂਡੈਂਟ ਆਫ ਪੁਲਿਸ ਜਾਂ ਫਿਰ ਇਸ ਕੇਸ ਦੇ ਵਿੱਚ ਜਲੰਧਰ ਦਾ ਪੁਲਿਸ ਕਮਿਸ਼ਨਰੇਟ ਤੇ ਕਮਿਸ਼ਨਰ ਆਫ ਪੁਲਿਸ ਤੇ ਈਵਨ ਪੰਜਾਬ ਦੇ DGP ਨੂੰ ਲਾਇਬਲ ਹੋਣਾ ਚਾਹੀਦਾ ਹੈ। ਇਹ ਜਵਾਬਦੇਹੀ ਸਿਰਫ SHO ਨਵਦੀਪ ਸਿੰਘ ਜੋ ਕਿ ਇਸ ਮਾਮਲੇ ਦੇ ਵਿੱਚ ਇੱਕ ਭਗੌੜਾ ਮੁਲਜ਼ਮ ਹੈ ਅੱਜ ਦੀ ਤਰੀਕ ਦੇ ਵਿੱਚ, ਉਸ ਤੋਂ ਹੀ ਨਾ ਲਈ ਜਾਵੇ ਬਲਕਿ ਪੰਜਾਬ ਦੇ DGP ਤੇ ਜਲੰਧਰ ਦੇ ਕਮਿਸ਼ਨਰ ਤੋਂ ਵੀ ਪੁੱਛਿਆ ਜਾਵੇ ਕਿ ਉਹਨਾਂ ਦੇ ਥਾਣਿਆਂ, ਉਹਨਾਂ ਦੀ ਅਧਿਕਾਰ ਖੇਤਰ ਦੇ ਵਿੱਚ ਪੈਣ ਵਾਲੇ ਥਾਣਿਆਂ ਦੇ ਵਿੱਚ ਇਹ ਜਿਹੜੇ CCTV ਕੈਮਰਾਜ਼ ਹੈਗੇ ਨੇ ਉਹ ਆਪਰੇਸ਼ਨਲ ਹਾਲਤ ਦੇ ਵਿੱਚ ਕਿਉਂ ਨਹੀਂ ਸਨ। ਇੱਕ ਛੋਟਾ ਲੈਪਸ ਨਹੀਂ ਹੈ, ਇਸ ਲਈ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਇਸ ਪੁਆਇੰਟ ਦੇ ਉੱਤੇ ਕੋਈ ਆਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਹੁਣ ਪੁਲਿਸ ਵਧੀਕੀ ਦੇ ਤਾਂ ਬਹੁਤ ਸੇ ਅਜਿਹੇ ਮਾਮਲੇ ਅਲੱਗ-ਅਲੱਗ ਤਰੀਕੇ ਤੇ ਜ਼ਰੀਆਂ ਦੇ ਜ਼ਰੀਏ ਪਬਲਿਕ ਡੋਮੇਨ ਦੇ ਵਿੱਚ ਕਿਸੇ ਨਾ ਕਿਸੇ ਤਸਵੀਰ ਜਾਂ ਵੀਡੀਓ ਦੀ ਸ਼ਕਲ ਦੇ ਵਿੱਚ ਆ ਹੀ ਜਾਂਦੇ ਨੇ, ਲੇਕਿਨ ਇਹਨਾਂ CCTV ਕੈਮਰਾਜ਼ ਦੇ ਵਿੱਚ ਜਿਹੜੀਆਂ ਤਸਵੀਰਾਂ ਜਾਂ ਵੀਡੀਓਜ਼ ਨੂੰ ਕੈਪਚਰ ਹੋਣ ਦੀ ਆਸ ਦੇਸ਼ ਦੀਆਂ ਸਰਵੋੱਚ ਅਦਾਲਤਾਂ ਕਰਦੀਆਂ ਨੇ, ਉਹ ਕੋਈ ਇੰਟੈਰੋਗੇਸ਼ਨ ਸੈਂਟਰ ਜਾਂ ਉਹ ਥਾਂ ਨਹੀਂ ਹੈ ਜਿੱਥੇ ਕਿ ਕਿਸੇ ਕ੍ਰਿਮੀਨਲ ਦੀ ਪੁੱਛਗਿੱਛ ਹੋ ਰਹੀ ਹੋਵੇ, ਬਲਕਿ ਪੁਲਿਸ ਥਾਣਿਆਂ ਦਾ ਉਹ ਪਬਲਿਕ ਏਰੀਆ ਹੈ ਜਿੱਥੇ ਕਿ ਪੁਲਿਸ ਦੀ ਇੰਟਰੈਕਸ਼ਨ ਉਹਨਾਂ ਲੋਕਾਂ ਦੇ ਨਾਲ ਹੋਣੀ ਹੁੰਦੀ ਹੈ ਜਿੱਥੇ ਕਿ ਉਹ ਲੋਕ ਇਨਸਾਫ ਹਾਸਲ ਕਰਨ ਦੀ ਉਮੀਦ ਦੇ ਵਿੱਚ ਥਾਣੇ ਆਉਂਦੇ ਨੇ ਤੇ ਇਹੀ ਉਹ ਇਲਾਕਾ ਏਰੀਆ ਹੁੰਦਾ ਹੈ ਜਿੱਥੇ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ CCTV ਕੈਮਰੇਜ਼ ਦੇ ਵਿੱਚ ਇਹ ਘਟਨਾ ਕੈਦ ਹੋਏਗੀ। ਨਵਦੀਪ ਸਿੰਘ ਜਿਹੜਾ SHO ਭਗੌੜਾ ਹੈ ਜੋ ਕਿ ਮੁਲਜ਼ਮ ਹੈ ਇਸ ਕੇਸ ਦੇ ਵਿੱਚ, ਉਸ ਦੀ ਪਤਨੀ ਨੇ ਇਲਜ਼ਾਮ ਇਹ ਲਾਏ ਕਿ ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਨਾਲ ਜਾਂ ਪੁਲਿਸ ਕਰਮਚਾਰੀ ਦੇ ਨਾਲ ਮਾਨਵਜੀਤ ਢਿੱਲੋਂ ਨੇ ਬਦਸਲੂਕੀ ਕੀਤੀ ਜਿਸ ਦੇ ਕਾਰਨ ਹੀ ਉਸਦੇ ਪਤੀ ਨੂੰ ਪਿਕਚਰ ਦੇ ਵਿੱਚ ਜਾਂ ਇੰਟਰਵੀਨ ਕਰਨਾ ਪਿਆ, ਫਰੇਮ ਦੇ ਵਿੱਚ ਆਉਣਾ ਪਿਆ। ਹੁਣ ਇਹ ਗੱਲਬਾਤ ਕੁਝ ਹੱਦ ਤੱਕ ਜੇ ਸਹੀ ਹੋ ਵੀ ਸਕਦੀ ਹੈ, ਇਸ ਦਾ ਓਨਸ ਤੇ ਜ਼ਿੰਮੇਵਾਰੀ ਇਸੇ ਪੁਲਿਸ ਥਾਣੇ ਦੇ ਇਸ SHO ਉੱਤੇ ਵੀ ਸੀ ਤੇ ਇਸ ਜ਼ਿਲ੍ਹੇ ਦੇ ਯਾਨੀ ਕਿ ਇਸ ਕਮਿਸ਼ਨਰੇਟ ਦੇ ਕਮਿਸ਼ਨਰ ਉੱਤੇ ਵੀ ਹੈ
ਜੇ ਪੁਲਿਸ ਨੇ ਆਪਣੇ ਆਪ ਨੂੰ, ਪੁਲਿਸ ਅਧਿਕਾਰੀਆਂ ਨੇ ਜਾਂ ਕਰਮਚਾਰੀ ਜੋ ਕਿ ਹੁਣ ਭਗੌੜੇ ਹੋ ਚੁੱਕੇ ਨੇ, ਤੇ ਭਗੌੜੇ ਹੋ ਕੇ ਤਾਂ ਇਹਨਾਂ ਪੁਲਿਸ ਅਫਸਰਾਂ ਨੇ ਸਾਬਤ ਕਰ ਹੀ ਦਿੱਤਾ ਕਿ ਕਿਤੇ ਨਾ ਕਿਤੇ ਦਾਲ ਦੇ ਵਿੱਚ ਕਾਲਾ ਹੈ ਤੇ ਇਹਨਾਂ ਦੀ ਕੋਈ ਨਾ ਕੋਈ ਵਧੀਕੀ ਤਾਂ ਹੈ ਜੋ ਕਿ ਪਬਲਿਕ ਡੋਮੇਨ ਦੇ ਵਿੱਚ ਆ ਗਈ ਹੈ। ਇਸੇ ਕਰਕੇ ਅੱਜ ਇਹਨਾਂ ਨੂੰ ਭਗੌੜਾ ਹੋਣਾ ਪੈ ਰਿਹਾ ਹੈ। ਉਹ ਪੁਲਿਸ ਅਫਸਰ ਜੋ ਕਿ ਹੁਣ ਆਪਣਾ ਮੂੰਹ ਲੁਕਾਉਂਦੇ ਹੋਏ ਫਿਰ ਰਹੇ ਹੈਗੇ ਨੇ, ਭਗੌੜੇ ਹੈਗੇ ਨੇ, ਆਪਣੇ ਪਰਿਵਾਰਾਂ ਦੇ ਜੀਆਂ ਨੂੰ ਅੱਗੇ ਕਰ ਕਰਕੇ ਆਪਣੀਆਂ ਦਲੀਲਾਂ ਤੇ ਤਕਰੀਰਾਂ ਦਿੰਦੇ ਫਿਰ ਰਹੇ ਹੈਗੇ ਨੇ। ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਉਹਨਾਂ ਦੀ ਆਪਣੀ ਬਣਦੀ ਸੀ। ਜੇ ਸੀਸੀਟੀਵੀ ਕੈਮਰੇ ਚੱਲ ਰਹੇ ਹੁੰਦੇ ਤਾਂ ਉਹਨਾਂ ਵੱਲੋਂ ਹੁਣ ਜਿਹੜੀ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਉਹਨਾਂ ਦੇ ਪਰਿਵਾਰ ਦੇ ਜੀਆਂ ਵੱਲੋਂ, ਯਾਨੀ ਕਿ ਇਸ SHO ਨਵਦੀਪ ਸਿੰਘ ਦੀ ਪਤਨੀ ਨੇ ਜਿਹੜੇ ਇਲਜ਼ਾਮ ਲਾਏ ਨੇ, ਉਹਨਾਂ ਦੀ ਸੱਚਾਈ, ਉਹਨਾਂ ਦੀ ਹਕੀਕਤ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਚੁੱਕਾ ਹੋਣਾ ਚਾਹੀਦਾ ਸੀ। ਲੇਕਿਨ ਇਹਨਾਂ ਸੀਸੀਟੀਵੀ ਕੈਮਰੇਜ਼ ਦਾ ਫੰਕਸ਼ਨਲ ਨਾ ਹੋਣਾ ਇਸ ਕੇਸ ਦੇ ਵਿੱਚ ਇੱਕ ਬੜਾ ਕ੍ਰਿਟੀਕਲ ਡਿਫਰੈਂਸ ਕ੍ਰੀਏਟ ਕਰਦਾ ਹੈ। ਪੰਜਾਬ ਦੇ ਥਾਣਿਆਂ ਦੀ ਕੀ ਰੂਟੀਨ ਇਨਸਪੈਕਸ਼ਨ ਇਹ ਸੀਨੀਅਰ ਅਧਿਕਾਰੀ, ਜ਼ਿਲ੍ਹੇ ਦੇ SSP, ਕਮਿਸ਼ਨਰੇਟ, ਪੰਜਾਬ ਦੇ DGP ਜਾਂ ਕੋਈ ਵੀ ਸੀਨੀਅਰ ਅਧਿਕਾਰੀ ਕਰਦੇ ਨੇ। ਇਸ ਚੀਜ਼ ਨੂੰ ਚੈੱਕ ਕੀਤਾ ਜਾਂਦਾ ਹੈ ਕਿ ਇਹਨਾਂ ਦੇ ਸੀਸੀਟੀਵੀ ਕੈਮਰਾਸ ਫੰਕਸ਼ਨਲ ਹੈਗੇ ਜਾਂ ਨਹੀਂ। ਇੱਕ ਅੱਧੀ ਘਟਨਾ ਜਿਹੀ ਹੋਣੀ ਹੁੰਦੀ ਹੈ 10-15 ਘਟਨਾਵਾਂ ਦੇ ਵਿੱਚ ਜਿੱਥੇ ਕਿ ਵਧੀਕੀ ਦਾ ਇਸ ਤਰੀਕੇ ਦਾ ਮੰਜ਼ਰ ਕੈਮਰਾ ਦੇ ਵਿੱਚ ਕੈਪਚਰ ਹੋਣਾ ਹੁੰਦਾ ਹੈ ਤੇ ਉਸੇ ਵਕਤ ਇਹ ਸੀਸੀਟੀਵੀ ਕੈਮਰੇ ਕੰਮ ਨਹੀਂ ਕਰ ਰਹੇ ਹੁੰਦੇ, ਕਿਉਂਕਿ ਇਹ ਵੀ ਪੋਸੀਬਲ ਹੈ ਕਿ ਬੈਕ ਡੇਟ ਦੇ ਵਿੱਚ ਆਪਣੇ ਕਾਗਜ਼ਾਂ ਦੇ ਵਿੱਚ SHO ਨਵਦੀਪ ਸਿੰਘ ਨੇ ਗੱਲ ਲਿਖਤੀ ਜਾਂ ਲਿਖਵਾਤੀ ਹੋਵੇ ਕਿ ਕੈਮਰੇਜ਼ ਕੰਮ ਨਹੀਂ ਕਰਦੇ ਪਏ। ਇਸ ਦਾ ਮਕਸਦ ਇਹੀ ਹੋਵੇ ਕਿ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਆਪਣੀ ਸਥਿਤੀ ਜਾਂ ਆਪਣੀ ਪੋਜੀਸ਼ਨ ਨੂੰ ਡਿਫੈਂਡ ਕੀਤਾ ਜਾ ਸਕੇ, ਬਚਾਇਆ ਜਾ ਸਕੇ। ਇਸ ਚੀਜ਼ ਦੀ ਤਾਂ ਚਲੋ ਇਨਵੈਸਟੀਗੇਸ਼ਨ ਜਾਂ ਫੋਰੈਂਸਿਕ ਇਨਵੈਸਟੀਗੇਸ਼ਨ ਹੋ ਸਕਦੀ ਹੈ ਕਿ ਸੀਸੀਟੀਵੀ ਕੈਮਰਾਜ਼ ਜੇ ਕੈਪਚਰ ਕਰ ਰਹੇ ਸੀ ਤਸਵੀਰਾਂ ਨੂੰ ਜਾਂ ਵੀਡੀਓਜ਼ ਨੂੰ, ਕਿ ਉਹਨਾਂ ਨੂੰ ਖੁਰਦ-ਬੁਰਦ ਕੀਤਾ ਗਿਆ ਜਾਂ ਫਿਰ ਵਾਕਈ ਸੀਸੀਟੀਵੀ ਆਪਰੇਸ਼ਨਲ ਨਹੀਂ ਸਨ। ਲੇਕਿਨ ਅੱਜ ਸੀਨੀਅਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦੇ। ਅੱਜ ਇਸ ਕੇਸ ਦੇ ਵਿੱਚ ਜੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ, ਇਸ ਲਈ ਪੰਜਾਬ ਪੁਲਿਸ ਦੇ ਟੌਪ ਬ੍ਰਾਂਚ ਨੂੰ, ਯਾਨੀ ਕਿ ਉਸ ਕਮਿਸ਼ਨਰੇਟ ਦੇ ਕਮਿਸ਼ਨਰ ਨੂੰ ਤੇ ਪੰਜਾਬ ਦੇ DGP ਨੂੰ ਵੀ ਜ਼ਿੰਮੇਵਾਰੀ ਆਪਣੇ ਉੱਤੇ ਲੈਣੀ ਚਾਹੀਦੀ ਹੈ। ਚਲੋ ਇਹ ਤਾਂ ਗੱਲਬਾਤ ਹੋ ਗਈ ਉਸ ਸਥਿਤੀ ਦੀ ਜੇ ਸੀਸੀਟੀਵੀ ਕੈਮਰੇ ਕੰਮ ਕਰ ਰਹੇ ਹੁੰਦੇ, ਵੀਡੀਓ ਜਾਂ ਤਸਵੀਰਾਂ ਸਾਡੇ ਸਾਹਮਣੇ ਹੁੰਦੀਆਂ, ਕੋਈ ਐਵੀਡੈਂਸ ਸਾਹਮਣੇ ਹੁੰਦਾ। ਇਸ ਤਰੀਕੇ ਦੀ ਜਿਹੜੀ ਇਲਜ਼ਾਮ ਤਰਾਸ਼ੀ ਨਵਦੀਪ ਸਿੰਘ ਦੇ ਪਰਿਵਾਰ ਵੱਲੋਂ ਹੋ ਰਹੀ ਹੈ, ਜਾਂ ਈਵਨ ਇਹ ਆਪਾਂ ਇੱਕ ਮਿੰਟ ਲਈ ਮੰਨ ਲਈ ਕਿ ਜਸ਼ਨ ਤੇ ਮਾਨਵਜੀਤ ਦਾ ਜੋ ਪਰਿਵਾਰ ਕਹਿ ਰਿਹਾ ਹੈ, ਜੇ ਆਪਾਂ ਉਸ ਦੇ ਉੱਤੇ ਵੀ ਕੋਈ ਸ਼ੰਕਾ ਜਾਂ ਸੰਸਾ ਖੜਾ ਕਰਨਾ ਚਾਹੀਏ, ਸਥਿਤੀਆਂ ਇਸ ਵਕਤ ਸਪਸ਼ਟ ਨਹੀਂ ਹੋ ਸਕਦੀਆਂ। ਸਰਕਮਸਟੈਂਸ਼ੀਅਲ ਐਵੀਡੈਂਸ ਸਭ ਦੇ ਸਾਹਮਣੇ ਹੈ। ਲੇਕਿਨ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਤੇ ਇਸ ਤਰੀਕੇ ਦੀਆਂ ਘਟਨਾਵਾਂ ਉੱਤੇ ਪਰਦਾ ਪਾਉਣ ਲਈ ਇਹਨਾਂ ਅਫਸਰਾਂ ਦੇ ਹੌਸਲੇ ਬੁਲੰਦ ਕੀ ਨੇ, ਇਸ ਚੀਜ਼ ਨੂੰ ਜਾਣਨ ਲਈ ਆਪਾਂ ਭਵਿੱਖ ਦੇ ਵਿੱਚ ਨਾ ਆਸ ਕਰੀਏ ਕਿ ਭਵਿੱਖ ਦੇ ਵਿੱਚ ਇਸ ਕੇਸ ਦਾ ਕੀ ਹਸ਼ਰ ਹੋਣਾ ਹੈ। ਆਪਾਂ ਥੋੜਾ ਜਿਹਾ ਬੈਕਗਰਾਉਂਡ ਦੇ ਵਿੱਚ ਜਾਈਏ। ਅੱਜ ਤੋਂ ਠੀਕ 1 ਸਾਲ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਥਾਣੇ ਦੇ ਵਿੱਚ ਇੱਕ ਅਸਿਸਟੈਂਟ ਸਬ ਇੰਸਪੈਕਟਰ ਨੇ, ਯਾਨੀ ਕਿ ਇੱਕ ਥਾਣੇਦਾਰ ਨੇ ਖੁਦ ਨੂੰ ਗੋਲੀ ਮਾਰ ਲਈ ਸੀ। ਆਪਣੀ ਸਰਵਿਸ ਰਿਵਾਲਵਰ ਦੇ ਨਾਲ, ਪਿਸਤੌਲ ਦੇ ਨਾਲ ਉਸਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਸਭ ਤੋਂ ਹੈਰਾਨ ਕਰ ਦੇਣ ਤੇ ਚੌਂਕਾ ਦੇਣ ਵਾਲੀ ਗੱਲ ਸੀ, ਆਪਣੇ ਇਸ ਚੈਨਲ ਦੇ ਉੱਤੇ ਉਹ ਵੀਡੀਓ ਰਿਪੋਰਟ ASI ਸਤੀਸ਼ ਕੁਮਾਰ ਦੀ ਖੁਦਕੁਸ਼ੀ ਉੱਤੇ ਮੈਂ ਉਚੇਚੇ ਬਣਾਈ ਸੀ ਤੇ ਉਸ ਰਿਪੋਰਟ ਨੂੰ ਫਾਲੋਅਪ ਕਰਨ ਦੀ ਵੀ ਗੱਲ ਕਹੀ ਸੀ, ਲੇਕਿਨ ਫਾਲੋਅਪ ਨਹੀਂ ਹੋ ਪਾਇਆ ਕਿਉਂਕਿ ਬਾਅਦ ਦੇ ਵਿੱਚ ਹੋਇਆ ਕਿ ਉਹ ASI, ਉਹ ਥਾਣੇਦਾਰ ਜੋ ਕਿ ਥਾਣੇ ਦੇ ਵਿੱਚ ਆਪਣੇ ਇੱਕ SHO ਤੋਂ ਪਰੇਸ਼ਾਨ ਹੋ ਕੇ SHO ਵੱਲੋਂ ਉਸ ਦੀ ਜਿਹੜੀ ਜ਼ਲਾਲਤ ਕੀਤੀ ਗਈ, ਇਸ ਚੀਜ਼ ਨੂੰ ਉਹ ਆਪਣੇ ਲਿਖਤੀ ਬਿਆਨ ਇੱਕ ਸੁਸਾਈਡ ਨੋਟ ਦੇ ਵਿੱਚ ਰਿਕਾਰਡ ਕਰਦਾ ਹੈ। ਉਸ ਤੋਂ ਬਾਅਦ ਇੱਕ ਵੀਡੀਓ ਬਣਾਉਂਦਾ ਜਿਸ ਵਿੱਚ ਉਹ ਆਪਣੀ ਪੂਰੀ ਹੱਡ ਬੀਤੀ ਦੱਸਦਾ ਹੈ, ਬਾਈ ਨੇਮ ਇਸ SHO ਨੂੰ ਇੰਪਲੀਕੇਟ ਕਰਦਾ ਤੇ ਉਸ ਤੋਂ ਬਾਅਦ ਆਪਣੀ ਜੀਵਨ ਲੀਲਾ ਖਤਮ ਕਰਦਾ, ਖੁਦਕੁਸ਼ੀ ਕਰਦਾ ਹੈ। ਸੁਪਰੀਮ ਕੋਰਟ ਤੇ ਦੇਸ਼ ਦੀਆਂ ਸਰਵੋੱਚ ਅਦਾਲਤਾਂ, ਦੇਸ਼ ਦਾ ਕਾਨੂੰਨ ਇਸ ਡਾਈਂਗ ਸਟੇਟਮੈਂਟ ਜਾਂ ਕਨਫੈਸ਼ਨ ਨੂੰ ਸਭ ਤੋਂ ਕ੍ਰਿਟੀਕਲ ਐਵੀਡੈਂਸ ਮੰਨਦਾ ਹੈ। ਲੇਕਿਨ ਉਸ ਤੋਂ ਬਾਅਦ ਤੁਸੀਂ ਇਮੇਜਿਨ ਕਰੋ ਕਿ ਉਸ ਕੇਸ ਦੇ ਵਿੱਚ ਪੂਰੇ ਦੇ ਪੂਰੇ ਮਾਮਲੇ ਨੂੰ ਰਫਾ ਦਫਾ ਕਰਤਾ ਗਿਆ। ਉਸ ਥਾਣੇ ਦੇ SHO ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ। ਉਸ ਜ਼ਿਲ੍ਹੇ ਦੇ SSP ਨੇ ਵੀ ਇਹ ਜ਼ਰੂਰੀ ਨਹੀਂ ਸਮਝਿਆ ਤੇ ਪੰਜਾਬ ਪੁਲਿਸ ਦੇ DGP ਨੇ ਵੀ ਇਹ ਮੁਨਾਸਬ ਨਹੀਂ ਸਮਝਿਆ ਕਿ ਉਸ ਡਾਈਂਗ ਸਟੇਟਮੈਂਟ ਇੱਕ ASI ਵੱਲੋਂ ਔਨ ਰਿਕਾਰਡ ਵੀਡੀਓ ਦੇ ਉੱਤੇ ਆਪਣੀ ਸਟੇਟਮੈਂਟ ਦੇ ਕੇ ਖੁਦ ਨੂੰ ਮਾਰੀ ਗਈ ਗੋਲੀ, ਇੱਕ ਸੁਸਾਈਡ ਨੋਟ ਜੋ ਕਿ ਉਸ ਵੱਲੋਂ ਲਿਖ ਕੇ ਖੁਦ ਸਾਈਨ ਕੀਤੇ ਜਾਂਦੇ ਨੇ ਉਸਦੀ ਆਪਣੀ ਹੈਂਡਰਾਈਟਿੰਗ ਦੇ ਵਿੱਚ, ਇਸ ਪੱਧਰ ਦੇ ਕ੍ਰਿਟੀਕਲ ਐਵੀਡੈਂਸ ਨੂੰ ਇਗਨੋਰ ਕਰਕੇ ਪਰਿਵਾਰਾਂ ਉੱਤੇ ਦਬਾਅ ਬਣਾ ਕੇ ਉਹਨਾਂ ਨੂੰ ਕੰਪਰੋਮਾਈਜ਼ ਕਰਨ ਲਈ ਮਜਬੂਰ ਕਰਨ ਵਾਲੇ ਇਸ ਵਿਵਸਥਾ, ਇਸ ਸਿਸਟਮ ਉੱਤੇ ਕਾਬਜ਼ ਅਧਿਕਾਰੀ ਇਸ ਚੀਜ਼ ਦਾ ਜਵਾਬ ਦੇਣ ਕਿ ਕਿਉਂ SHO ਨਵਦੀਪ ਸਿੰਘ ਨੂੰ ਲੋੜ ਸੀ ਇਹਨਾਂ CCTV ਕੈਮਰਾਜ਼ ਨੂੰ ਫੰਕਸ਼ਨਲ ਹਾਲਤ ਦੇ ਵਿੱਚ ਰੱਖਣ ਦੀ, ਜਦੋਂ ਉਸ ਨੂੰ ਪਤਾ ਹੈ ਕਿ ਜੇ CCTV ਕੈਮਰਾਜ਼ ਦੇ ਵਿੱਚ ਕੁਝ ਕੈਦ ਹੋ ਵੀ ਜਾਂਦਾ ਤਾਂ ਵੀ ਕੋਈ ਵੱਡੀ ਆਫਤ ਨਹੀਂ ਆਉਣ ਸੀ ਚੱਲੀ। ਉਹ ਮਾਮਲੇ ਜਿਨ੍ਹਾਂ ਦੀ CBI ਇਨਕੁਆਇਰੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਸੀ। ਹੁਸ਼ਿਆਰਪੁਰ ਦੇ ਥਾਣੇ ਦਾ ਜਿਹੜਾ ਮੈਂ ਕੇਸ ASI ਸਤੀਸ਼ ਕੁਮਾਰ ਦਾ ਦੱਸਿਆ, ਇਸ ਕੇਸ ਦੇ ਵਿੱਚ ਵੀ CBI ਇਨਕੁਆਇਰੀ ਬਣਦੀ ਹੈ ਤੇ ਇਸ ਨਵਦੀਪ ਸਿੰਘ ਵਾਲਾ ਜਿਹੜਾ ਕੇਸ ਹੈ, ਇਸ ਕੇਸ ਦੇ ਵਿੱਚ ਵੀ CBI ਇਨਕੁਆਇਰੀ ਹੋਣੀ ਚਾਹੀਦੀ ਹੈ। ਲੇਕਿਨ ਦੇਖਿਆ ਜਾ ਰਿਹਾ ਕਿ ਸੀਨੀਅਰ ਅਧਿਕਾਰੀ ਆਪਣੇ ਹੇਠਲੇ ਪੱਧਰ ਦੇ ਅਫਸਰਾਂ, ਖਾਸ ਕਰਕੇ ਉਹ ਅਫਸਰ ਜੋ ਕਿ ਪੋਲੀਟੀਕਲ ਉਹਨਾਂ ਦੇ ਬੌਸਿਸ ਦੀ ਗੁੱਡ ਬੁੱਕਸ ਵਿੱਚ ਹੈਗੇ ਨੇ, ਉਹਨਾਂ ਖਿਲਾਫ ਕਾਰਵਾਈ ਕਰਨ ਲਈ ਤਿਆਰ ਨਹੀਂ ਹੈਗੇ ਨੇ।
ਚਲੋ ਇਹ ਤਾਂ ਗੱਲਬਾਤ ਹੋ ਗਈ ਕਿ ਚਲੋ ਸੀਸੀਟੀਵੀ ਕੈਮਰਾਜ਼ ਦੇ ਵਿੱਚ ਕੀ ਆਇਆ ਕੀ ਨਹੀਂ ਆਇਆ, ਕਿਸ ਤਰੀਕੇ ਦਾ ਵੀਡੀਓ ਐਵੀਡੈਂਸ ਸੀ, ਕਿਸ ਦੀ ਡਾਈਂਗ ਸਟੇਟਮੈਂਟ ਸੀ, ਵੀਡੀਓ ਦੇ ਉੱਤੇ ਉਸ ਦਾ ਮਰਦੇ ਹੋਇਆਂ ਦਾ ਇੱਕ ਬਿਆਨ ਸੀ ਜਿਸ ਨੂੰ ਵੀ ਆਪਾਂ ਇਗਨੋਰ ਕਰਤਾ। ਪੰਜਾਬ ਦੇ ਵਿੱਚ ਉਹ ਚੀਜ਼ਾਂ ਇਗਨੋਰ ਹੋਈਆਂ ਨੇ, ਲੇਕਿਨ ਜੇ ਆਪਾਂ ਗੱਲਬਾਤ ਨੂੰ ਥੋੜੀ ਹੋਰ ਗਹਿਰਾਈ ਦੇ ਵਿੱਚ ਲਿਜਾਈਏ ਤੇ ਲੌਜਿਕ ਨੂੰ ਥੋੜਾ ਹੋਰ ਐਕਸਟੈਂਡ ਕਰੀਏ ਤੇ ਸਵਾਲ ਇਹ ਵੀ ਕਰੀਏ ਕਿ ਜਸ਼ਨਬੀਰ ਢਿੱਲੋਂ ਤੇ ਮਾਨਵਜੀਤ ਢਿੱਲੋਂ ਨੂੰ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਲੋੜ ਬਿਲਕੁਲ ਨਹੀਂ ਸੀ। ਉਹਨਾਂ ਨੇ ਖੁਦਕੁਸ਼ੀ ਤੇ ਆਤਮ ਹੱਤਿਆ ਕੀਤੀ ਹੀ ਕਿਉਂ? ਘੱਟੋ ਘੱਟ ਇੱਕ ਭਰਾ ਨੇ ਖੁਦਕੁਸ਼ੀ ਕਿਉਂ ਕੀਤੀ? ਉਸ ਨੂੰ ਨਹੀਂ ਸੀ ਕਰਨੀ ਚਾਹੀਦੀ। ਇੱਕ ਲੌਜੀਕਲ ਸਵਾਲ ਵੀ ਹੋ ਸਕਦਾ ਹੈ, ਲੇਕਿਨ ਉਹ ਲੋਕ ਜੋ ਕਿ ਸਿਸਟਮ ਦੇ ਖਿਲਾਫ ਲੜਦੇ ਨੇ, ਇਸ ਤਰੀਕੇ ਦੀ ਜ਼ਿਲਤ ਜਲਾਲਤ ਸਹਿਣ ਕਰਨ ਤੋਂ ਬਾਅਦ ਪੁਲਿਸ ਥਾਣੇ ਦੇ ਵਿੱਚ ਉਹਨਾਂ ਦੇ ਨਾਲ ਜੋ ਕੁਝ ਵੀ ਹੋਇਆ ਉਸ ਨੂੰ ਚੱਲਣ ਦੇ ਬਾਵਜੂਦ ਵੀ ਜਿਹੜੇ ਲੋਕਾਂ ਨੇ ਲੜਾਈ ਲੜਨ ਦੀ ਹਿੰਮਤ ਦਿਖਾਈ, ਉਹਨਾਂ ਦਾ ਕੀ ਹਸ਼ਰ ਹੋਇਆ, ਉਹਨਾਂ ਦੇ ਨਾਲ ਕੀ ਕੁਝ ਹੋਇਆ ਤੇ ਉਹਨਾਂ ਦੇ ਮਾਮਲਿਆਂ ਦੇ ਵਿੱਚ ਕੀ ਕੁਝ ਹੋਇਆ, ਇਹ ਮੈਂ ਆਪਣੀ ਅਗਲੀ ਰਿਪੋਰਟ ਦੇ ਵਿੱਚ ਇੱਕ ਬਹੁਤ ਹੀ ਗਲੇਰਿੰਗ ਕੇਸ ਸਟੱਡੀ ਦੀ ਸ਼ਕਲ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗਾ। ਤੇ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਕੇਸ ਸੀ, ਸਭ ਨੂੰ ਉਸ ਕੇਸ ਦੇ ਬਾਰੇ ਪਤਾ ਹੈ, ਲੇਕਿਨ ਆਪਾਂ ਉਸ ਕੇਸ ਨੂੰ ਇੱਕ ਫੋਲੋਅਪ ਦੇ ਰੂਪ ਵਿੱਚ ਲਾਂਗੇ ਆਪਣੀ ਇਸੇ ਰਿਪੋਰਟ ਦੀ ਅਗਲੀ ਲੜੀ ਦੇ ਵਜੋਂ। ਸੋ ਅੱਜ ਦੀ ਇਸ ਰਿਪੋਰਟ ਨੂੰ ਇੱਥੇ ਹੀ ਵਿਰਾਮ ਦਿੰਦਾ ਹੈ ਤੇ ਤੁਹਾਡੇ ਕੋਈ ਵਿਚਾਰ ਕੋਈ ਓਪੀਨੀਅਨ ਹੋਣਗੇ ਇਸ ਬਾਰੇ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਲਿਖੋ। ਅਗਲੀ ਰਿਪੋਰਟ ਮੇਰੀ ਬੜੀ ਇੰਪੋਰਟੈਂਟ ਹੈ ਕਿਉਂਕਿ ਜਸ਼ਨਬੀਰ ਤੇ ਮਾਨਵਜੀਤ ਢਿੱਲੋਂ ਜੇ ਦਰਿਆ ਦੇ ਵਿੱਚ ਛਾਲ ਮਾਰ ਕੇ ਨਾ ਮਰੇ ਹੁੰਦੇ ਤੇ ਉਹਨਾਂ ਨੇ ਥਾਣੇ ਦੇ ਵਿੱਚ ਹੋਈ ਵਧੀਕੀ ਦੇ ਖਿਲਾਫ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਹੁੰਦੀ, ਫਿਰ ਉਹਨਾਂ ਦੇ ਉੱਤੇ ਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਕਿਸ ਤਰੀਕੇ ਦਾ ਦਬਾਅ ਬਣਾਇਆ ਜਾਣਾ ਸੀ, ਉਹ ਮੈਂ ਤੁਹਾਨੂੰ ਅਗਲੀ ਆਪਣੀ ਵੀਡੀਓ ਰਿਪੋਰਟ ਦੇ ਵਿੱਚ ਇੱਕ ਐਗਜ਼ਾਮਪਲ ਤੇ ਇੱਕ ਉਦਾਹਰਣ ਦੇ ਨਾਲ ਦੱਸਾਂਗਾ। ਤੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਉਡੀਕ ਕਰੋ ਮੇਰੀ ਅਗਲੀ ਰਿਪੋਰਟ ਦੀ, ਜੋ ਕਿ ਬਹੁਤ ਹੀ ਛੇਤੀ ਤੁਹਾਡੇ ਸਾਹਮਣੇ ਹਾਜ਼ਰ ਲੈ ਕੇ ਹੋਵਾਂਗਾ।